ਸਤਿ ਸ੍ਰੀ ਅਕਾਲ ਦੋਸਤੋ। ਅਨੁਵਾਦ ਨਾਲ ਸੰਬੰਧਿਤ ਇਸ ਬਹੁਤ ਹੀ ਮਹੱਤਵਪੂਰਨ ਵੀਡੀਓ ਲੈਕਚਰ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਹਾਡੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਘੰਟੀ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਇਸ ਉੱਪਰ ਅਪਲੋਡ ਹੋਣ ਵਾਲੇ ਹਰ ਇੱਕ ਜਾਣਕਾਰੀ ਭਰਪੂਰ ਲੈਕਚਰ ਬਾਰੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਹੁੰਚ ਸਕੇ। ਸੋ ਸਾਡਾ ਅੱਜ ਦੇ ਇਸ ਲੈਕਚਰ ਦਾ ਵਿਸ਼ਾ ਹੈ ਕੋਸ਼ ਦੇ ਅਰਥ, ਪਰਿਭਾਸ਼ਾ, ਪ੍ਰਕਾਰ, ਅਨੁਵਾਦ ਦੇ ਖੇਤਰ ਵਿੱਚ ਇਸ ਦੇ ਮਹੱਤਵਵਾਦ ਬਾਰੇ। ਸੋ ਆਓ ਇਸ ਬਾਰੇ ਚਰਚਾ ਕਰਦੇ ਹਾਂ। ਅਨੁਵਾਦ ਸ਼ਬਦਾਂ ਦੇ ਪੱਧਰ ਤੇ ਹੋਣ ਵਾਲਾ ਕੇਵਲ ਭਾਸ਼ਾਈ ਕਾਰਜ ਹੀ ਨਹੀਂ, ਸਗੋਂ ਇਹ ਅਰਥਾਂ ਅਤੇ ਪ੍ਰਤੀਕਾਂ ਦੇ ਪ੍ਰਬੰਧ ਦੇ ਪੱਧਰ ਤੇ ਹੋਣ ਵਾਲਾ ਕਾਰਜ ਵੀ ਹੈ। ਇਹ ਕਾਰਜ ਸਫਲਤਾਪੂਰਵਕ ਨੇਪਰੇ ਚੜ੍ਹੇ, ਇਸ ਲਈ ਕੁਝ ਸੰਦਾਂ ਦੀ ਲੋੜ ਪੈਂਦੀ ਹੈ, ਜਿਵੇਂ ਭਾਸ਼ਾਈ ਸਾਧਨ, ਵਿਆਕਰਨਕ ਸਾਧਨ, ਕੋਸ਼, ਵਿਸ਼ਵਕੋਸ਼, ਦੋ ਗਿਆਨ ਖੇਤਰਾਂ ਦੀ ਜਾਣਕਾਰੀ ਪ੍ਰਦਾਨ ਕਰਨ ਵਾਲੇ ਸਾਧਨ ਆਦਿ। ਸੋ ਇਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਕੋਸ਼ ਜਾਂ ਸ਼ਬਦਕੋਸ਼ ਹੈ, ਜਿਸ ਬਾਰੇ ਅਸੀਂ ਇੱਥੇ ਇਸ ਲੈਕਚਰ ਵਿੱਚ ਚਰਚਾ ਕਰਾਂਗੇ। ਅਨੁਵਾਦ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਇੱਕ ਭਾਸ਼ਾ ਦੇ ਸਾਹਿਤ, ਸੰਗੀਤ, ਕਲਾ ਕੌਸ਼ਲ, ਵਿਗਿਆਨ ਅਤੇ ਬਾਕੀ ਵਿਸ਼ਿਆਂ ਨਾਲ ਸੰਬੰਧਿਤ ਗੱਲਬਾਤ ਨੂੰ ਦੂਜੀ ਭਾਸ਼ਾ ਵਿੱਚ ਵਿਅਕਤ ਕਰਨਾ ਹੁੰਦਾ ਹੈ। ਇਸ ਲਈ ਅਨੁਵਾਦਕ ਇੱਕ ਨਿਪੁੰਨ ਦੁਭਾਸ਼ੀਆ ਵੀ ਹੋਣਾ ਚਾਹੀਦਾ ਅਤੇ ਦੋ ਭਾਸ਼ਾਵਾਂ ਦੇ ਨਾਲ ਨਾਲ ਉਸ ਨੂੰ ਅਨੁਵਾਦ ਕਰਨ ਵਾਲੇ ਦੋਨੋਂ ਖੇਤਰਾਂ ਦਾ ਗਿਆਨ ਵੀ ਪੂਰਨ ਰੂਪ ਵਿੱਚ ਹੋਣਾ ਚਾਹੀਦਾ ਹੈ। ਸੋ ਅਸੀਂ ਜਾਣਦੇ ਹਾਂ ਕਿ ਵੱਡੇ ਤੋਂ ਵੱਡੇ ਵਿਦਵਾਨ ਲਈ ਵੀ ਕਿਸੇ ਭਾਸ਼ਾ ਜਾਂ ਗਿਆਨ ਦੇ ਸਾਰੇ ਸ਼ਬਦਾਂ ਦੇ ਸਾਰੇ ਅਰਥ ਅਤੇ ਸੰਦਰਭਾਂ ਦਾ ਗਿਆਨ ਰੱਖਣਾ ਸੰਭਵ ਨਹੀਂ ਹੈ। ਇਸ ਲਈ ਅਨੁਵਾਦ ਦੀ ਪ੍ਰਕਿਰਿਆ ਲਈ ਕੋਸ਼ ਦੀ ਬਹੁਤ ਅਹਿਮੀਅਤ ਹੈ। ਉਦਾਹਰਨ ਲਈ ਅੰਗਰੇਜ਼ੀ ਦੇ ਸ਼ਬਦ ਬਲੱਡ ਲਈ ਪੰਜਾਬੀ ਵਿੱਚ ਖੂਨ, ਰਕਤ, ਮੈਲਾ, ਲਹੂ ਆਦਿ ਸ਼ਬਦ ਪ੍ਰਚਲਿਤ ਹਨ। ਭਾਵੇਂ ਇਹ ਸਮਾਨਾਰਥੀ ਸ਼ਬਦ ਹਨ, ਪਰ ਵੱਖ-ਵੱਖ ਸੰਦਰਭਾਂ ਵਿੱਚ ਇਹਨਾਂ ਦੀ ਵੱਖ-ਵੱਖ ਵਰਤੋਂ ਹੁੰਦੀ ਹੈ। ਜਿਵੇਂ ਮੰਤਰੀ ਦਾ ਖੂਨ ਹੋ ਗਿਆ ਹੈ, ਇਸ ਵਾਕ ਲਈ ਅਸੀਂ ਮੰਤਰੀ ਦਾ ਰਕਤ ਹੋ ਗਿਆ ਹੈ ਜਾਂ ਮੰਤਰੀ ਦਾ ਲਹੂ ਹੋ ਗਿਆ ਹੈ ਆਦਿ ਵਾਕ ਨਹੀਂ ਵਰਤ ਸਕਦੇ। ਇਹਨਾਂ ਗੱਲਾਂ ਕਰਕੇ ਹੀ ਕੋਸ਼ ਦੀ ਅਨੁਵਾਦ ਵਿੱਚ ਬਹੁਤ ਅਹਿਮੀਅਤ, ਬਹੁਤ ਮਹੱਤਤਾ, ਬਹੁਤ ਜ਼ਰੂਰਤ ਹੁੰਦੀ ਹੈ। ਕੋਸ਼ ਦੀਆਂ ਕਈ ਕਿਸਮਾਂ ਹਨ, ਜਿਨ੍ਹਾਂ ਵਿੱਚੋਂ ਦੋ ਮੂਲ ਕਿਸਮਾਂ ਹਨ। ਪਹਿਲੀ ਕਿਸਮ ਦੇ ਭਾਸ਼ਾਈ ਕੋਸ਼, ਜਿਸ ਵਿੱਚ ਸ਼ਬਦ ਦੇ ਅਰਥ ਅਤੇ ਵਰਤੋਂ ਬਾਰੇ ਗੱਲ ਹੁੰਦੀ ਹੈ, ਤੇ ਦੂਜੇ ਸੰਦਰਭ ਕੋਸ਼ ਹੁੰਦੇ ਹਨ, ਜਿਨ੍ਹਾਂ ਵਿੱਚ ਸ਼ਬਦ ਨਾਲ ਜੁੜੇ ਵਿਚਾਰਾਂ ਨੂੰ ਸੰਪੂਰਨ ਰੂਪ ਵਿੱਚ ਵਿਅਕਤ ਕੀਤਾ ਜਾਂਦਾ ਹੈ। ਅਨੁਵਾਦ ਲਈ ਸਭ ਤੋਂ ਪਹਿਲਾਂ ਸ਼ਬਦਕੋਸ਼ ਵੱਲ ਧਿਆਨ ਜਾਂਦਾ ਹੈ। ਸ਼ਬਦਕੋਸ਼ ਦਾ ਅਰਥ ਹੈ ਸ਼ਬਦਾਂ ਦਾ ਖਜ਼ਾਨਾ। ਇਸ ਨੂੰ ਅੰਗਰੇਜ਼ੀ ਵਿੱਚ ਡਿਕਸ਼ਨਰੀ ਕਹਿੰਦੇ ਹਨ। ਇਸ ਵਿੱਚ ਸ਼ਬਦ ਦੇ ਅਰਥ ਅਤੇ ਇਸ ਦੀ ਵਰਤੋਂ ਬਾਰੇ ਦੱਸਿਆ ਜਾਂਦਾ ਹੈ। ਪਰ ਇਸ ਦੇ ਨਾਲ ਹੀ ਕਈ ਕੋਸ਼ਾਂ ਵਿੱਚ ਸ਼ਬਦ ਦੀ ਸ਼੍ਰੇਣੀ, ਉਸ ਦਾ ਉਚਾਰਨ, ਉਸ ਦੇ ਸਮਾਨਾਰਥੀ ਅਤੇ ਵਿਰੋਧ ਅਰਥੀ ਸ਼ਬਦਾਂ ਬਾਰੇ ਵੀ ਦੱਸਿਆ ਹੁੰਦਾ ਹੈ। ਅਜੋਕੇ ਦੌਰ ਦੇ ਕਈ ਕੋਸ਼ਾਂ ਵਿੱਚ ਉਸ ਸ਼ਬਦ ਦੇ ਅਜਿਹੇ ਵਿਰੋਧ ਅਰਥੀ ਅਤੇ ਸਮਾਨਾਰਥੀ ਸ਼ਬਦ ਵੀ ਦਿੱਤੇ ਜਾਂਦੇ ਹਨ, ਜਿਹੜੇ ਆਧੁਨਿਕਤਾ ਅਤੇ ਤਕਨੀਕੀ ਵਿਕਾਸ ਨਾਲ ਹੋਂਦ ਵਿੱਚ ਆਈ ਸ਼ਬਦਾਵਲੀ ਨਾਲ ਹੋਂਦ ਵਿੱਚ ਆਏ ਹੁੰਦੇ ਹਨ। ਇਹਨਾਂ ਦੀ ਜਾਣਕਾਰੀ ਰੱਖਣਾ ਅਨੁਵਾਦਕ ਲਈ ਲਾਜ਼ਮੀ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਅਜਿਹੇ ਕੋਸ਼ ਵੀ ਹੁੰਦੇ ਹਨ, ਜਿਨ੍ਹਾਂ ਵਿੱਚ ਸ਼ਬਦਾਂ ਦੇ ਨਾਲ ਨਾਲ ਉਹਨਾਂ ਸ਼ਬਦਾਂ ਨਾਲ ਸੰਬੰਧਿਤ ਮੁਹਾਵਰਿਆਂ ਅਤੇ ਅਖਾਣਾਂ ਨੂੰ ਵੀ ਸੰਕਲਿਤ ਕੀਤਾ ਜਾਂਦਾ ਹੈ। ਕੋਸ਼ਾਂ ਵਿੱਚ ਸੰਦਰਭਗਤ ਅਰਥਾਂ ਨੂੰ ਵੀ ਰੱਖਿਆ ਜਾਂਦਾ ਹੈ। ਇਹਨਾਂ ਨੂੰ ਇੱਕ ਭਾਸ਼ਿਕ ਸ਼ਬਦਕੋਸ਼ ਵੀ ਕਹਿੰਦੇ ਹਨ। ਸ਼ਬਦਕੋਸ਼ ਦੁਭਾਸ਼ੀਏ ਜਾਂ ਬਹੁਭਾਸ਼ੀਏ ਵੀ ਹੁੰਦੇ ਹਨ। ਅਸਲ ਵਿੱਚ ਦੁਭਾਸ਼ੀਏ ਜਾਂ ਬਹੁਭਾਸ਼ੀਏ ਕੋਸ਼ ਹੀ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਨੇ ਅਜਿਹੀਆਂ ਕਿਸਮਾਂ ਦੇ ਬਹੁਤ ਸਾਰੇ ਕੋਸ਼ ਪ੍ਰਕਾਸ਼ਿਤ ਕੀਤੇ ਹਨ ਅਤੇ ਉਹ ਅੱਜ ਕੱਲ੍ਹ ਵੀ ਉੱਥੇ ਉਪਲਬਧ ਹਨ, ਖਰੀਦੇ ਜਾ ਸਕਦੇ ਹਨ। ਸੰਦਰਭ ਕੋਸ਼ਾਂ ਵਿੱਚ ਸ਼ਬਦਾਂ ਦੇ ਅਰਥਾਂ ਅਤੇ ਵਰਤੋਂ ਤੋਂ ਅੱਗੇ ਇਸ ਦੇ ਸੰਦਰਭਾਂ ਅਤੇ ਇਸ ਬਾਰੇ ਹੋਰ ਵਿਸਥਾਰਤ ਜਾਣਕਾਰੀ ਦਿੱਤੀ ਹੁੰਦੀ ਹੈ। ਵਿਸ਼ਵਕੋਸ਼, ਜਿਸ ਨੂੰ ਅੰਗਰੇਜ਼ੀ ਵਿੱਚ ਐਨਸਾਈਕਲੋਪੀਡੀਆ ਕਿਹਾ ਜਾਂਦਾ ਹੈ, ਇਹਨਾਂ ਕੋਸ਼ਾਂ ਤੋਂ ਬਿਲਕੁਲ ਭਿੰਨ ਕਿਸਮ ਦਾ ਕੋਸ਼ ਹੁੰਦਾ ਹੈ। ਸੋ ਅਨੁਵਾਦ ਵਿੱਚ ਕੋਸ਼ ਦੀ ਬਹੁਤ ਮਹੱਤਤਾ ਹੈ ਅਤੇ ਇਸ ਮਹੱਤਤਾ ਬਾਰੇ ਅਸੀਂ ਚਰਚਾ ਕਰਾਂਗੇ ਕਿ ਜੇਕਰ ਸਰੋਤ ਭਾਸ਼ਾ ਦੇ ਕਿਸੇ ਸ਼ਬਦ ਦਾ ਪੂਰਨ ਗਿਆਨ ਨਹੀਂ ਤਾਂ ਅਨੁਵਾਦ ਦੀ ਕਿਰਿਆ ਸੰਪੂਰਨ ਰੂਪ ਵਿੱਚ ਨਹੀਂ ਹੋ ਸਕਦੀ। ਇਸ ਕਰਕੇ ਕੋਸ਼ ਰਾਹੀਂ ਉਸ ਸ਼ਬਦ ਦੇ ਸਹੀ ਅਰਥਾਂ ਦਾ ਪਤਾ ਲਗਾ ਕੇ ਸਹੀ ਅਨੁਵਾਦ ਕੀਤਾ ਜਾਂਦਾ ਹੈ। ਇਸੇ ਲਈ ਸਰੋਤ ਭਾਸ਼ਾ ਦੇ ਕੋਸ਼ ਦੀ ਬਹੁਤ ਜ਼ਰੂਰਤ ਪੈਂਦੀ ਹੈ। ਇਸ ਤੋਂ ਇਲਾਵਾ ਕਈ ਵਾਰ ਕਿਸੇ ਸ਼ਬਦ ਦੇ ਸਧਾਰਨ ਅਰਥਾਂ ਤੋਂ ਪਾਰ ਵਿਸ਼ੇਸ਼ ਜਾਂ ਸੰਦਰਭਗਤ ਅਰਥਾਂ ਦੇ ਗਿਆਨ ਦੀ
ਜ਼ਰੂਰਤ ਵੀ ਹੁੰਦੀ ਹੈ, ਇਸ ਲਈ ਕੋਸ਼ ਦੀ ਲੋੜ ਪੈਂਦੀ ਹੈ। ਕਈ ਵਾਰ ਸਰੋਤ ਭਾਸ਼ਾ ਤੇ ਟੀਚਾ ਭਾਸ਼ਾ ਦੇ ਇੱਕੋ ਸੰਦਰਭ ਵਾਲੇ ਸ਼ਬਦ ਦੀ ਤਲਾਸ਼ ਲਈ ਦੁਭਾਸ਼ੀਏ ਕੋਸ਼ ਦੀ ਜ਼ਰੂਰਤ ਪੈਂਦੀ ਹੈ। ਇਵੇਂ ਹੀ ਆਰਥਿਕ, ਸਮਾਜਿਕ, ਦਾਰਸ਼ਨਿਕ, ਵਿਗਿਆਨਕ ਅਤੇ ਤਕਨਾਲੋਜੀ ਦੇ ਖੇਤਰਾਂ ਦੇ ਸੰਦਰਭ ਵਿੱਚ ਸ਼ਬਦਾਂ ਦੇ ਸਹੀ ਅਤੇ ਢੁਕਵੇਂ ਅਰਥਾਂ ਦੀ ਪ੍ਰਾਪਤੀ ਲਈ ਕੋਸ਼ ਦੀ ਜ਼ਰੂਰਤ ਹੁੰਦੀ ਹੈ। ਕਈ ਖੇਤਰਾਂ ਵਿੱਚ ਉਪਭਾਸ਼ਾ ਦੇ ਅਰਥਾਂ ਦਾ ਪ੍ਰਚਲਨ ਜ਼ਿਆਦਾ ਹੁੰਦਾ ਹੈ, ਜਿਸ ਦੀ ਸਹੀ ਜਾਣਕਾਰੀ ਹਾਸਲ ਕਰਨ ਲਈ ਕੋਸ਼ ਦੀ ਜ਼ਰੂਰਤ ਹੁੰਦੀ ਹੈ। ਅੱਗੇ ਗੱਲ ਕਰਾਂਗੇ ਕਿ ਵਿਭਿੰਨ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਦੀ ਸੰਸਕ੍ਰਿਤੀ ਵੀ ਵਿਭਿੰਨ ਹੁੰਦੀ ਹੈ, ਜਿਸ ਦੀ ਜਾਣਕਾਰੀ ਲਈ ਕੋਸ਼ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਸੰਸਕ੍ਰਿਤੀ ਦੇ ਸੰਦਰਭ ਵਿੱਚ ਹੀ ਕਈ ਵਾਰ ਕਿਸੇ ਸ਼ਬਦ ਨੂੰ ਜਾਣਨਾ ਹੁੰਦਾ ਹੈ। ਅਖੀਰ ਵਿੱਚ ਸਰੋਤ ਭਾਸ਼ਾ ਅਤੇ ਟੀਚਾ ਭਾਸ਼ਾ ਦੇ ਕਈ ਸ਼ਬਦਾਂ ਦੇ ਬਹੁਤ ਸਾਰੇ ਸਮਾਨ ਅਰਥੀ ਸ਼ਬਦਾਂ ਦੀ ਹੋਂਦ ਕਰਕੇ ਵੀ ਕੋਸ਼ ਦੀ ਜ਼ਰੂਰਤ ਪੈਂਦੀ ਹੈ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਇਸ ਨਤੀਜੇ 'ਤੇ ਹੀ ਪਹੁੰਚਦੇ ਹਾਂ ਕਿ ਕੋਸ਼ ਅਨੁਵਾਦ ਲਈ ਬਹੁਤ ਮਹੱਤਵਪੂਰਨ ਸੰਦ ਜਾਂ ਟੂਲ ਹੁੰਦਾ ਹੈ। ਆਪਾਂ ਕੋਸ਼ ਦੀਆਂ ਕੁਝ ਕਿਸਮਾਂ ਬਾਰੇ ਵੀ ਗੱਲ ਕਰਾਂਗੇ। ਬਣਤਰ ਦੇ ਆਧਾਰ 'ਤੇ ਕੋਸ਼ਾਂ ਦੀਆਂ 2 ਕਿਸਮਾਂ ਹਨ, ਜਿਵੇਂ ਭਾਸ਼ਾਈ ਕੋਸ਼ ਅਤੇ ਹੋਰ ਕੋਸ਼। ਭਾਸ਼ਾਈ ਕੋਸ਼ਾਂ ਵਿੱਚ ਕਿਸੇ ਭਾਸ਼ਾ ਦੇ ਸ਼ਬਦਾਂ, ਸਮਾਨਾਰਥੀ ਸ਼ਬਦਾਂ ਅਤੇ ਵਿਰੋਧਾਰਥੀ ਸ਼ਬਦਾਂ, ਮੁਹਾਵਰੇ, ਅਖਾਣਾਂ ਅਤੇ ਇਹਨਾਂ ਤਮਾਮ ਸ਼ਬਦਾਂ ਦੀ ਵਰਤੋਂ ਬਾਰੇ ਗਿਆਨ ਹੁੰਦਾ ਹੈ। ਤੇ ਜਿਹੜੇ ਬਾਕੀ ਕੋਸ਼ ਹਨ, ਉਹਨਾਂ ਦੇ ਵਿੱਚ ਭਾਸ਼ਾ ਤੋਂ ਇਲਾਵਾ ਹੋਰ ਸੰਦਰਭ ਵੀ ਜੁੜੇ ਹੁੰਦੇ ਹਨ। ਸੋ ਸਮੁੱਚੇ ਰੂਪ ਵਿੱਚ ਕੋਸ਼ਾਂ ਦੀਆਂ ਕੁੱਲ ਆਪਾਂ ਇੱਥੇ 16 ਕਿਸਮਾਂ ਦੀ ਗੱਲ ਕਰਾਂਗੇ। ਸਭ ਤੋਂ ਪਹਿਲੇ ਨੰਬਰ ਤੇ ਹੈ ਜੀ ਇੱਕ ਭਾਸ਼ਾਈ ਕੋਸ਼। ਇਸ ਵਿੱਚ ਇੱਕੋ ਭਾਸ਼ਾ ਵਿੱਚ ਅਰਥ, ਸਮਾਨਾਰਥੀ ਅਤੇ ਵਿਰੋਧਾਰਥੀ ਸ਼ਬਦਾਂ, ਮੁਹਾਵਰੇ, ਅਖਾਣਾਂ ਅਤੇ ਇਹਨਾਂ ਸ਼ਬਦਾਂ ਦੀ ਵਰਤੋਂ ਬਾਰੇ ਗਿਆਨ ਹੁੰਦਾ ਹੈ। ਜਿਵੇਂ ਖੂਨ ਦੇ ਇੱਥੇ ਸਮਾਨਾਰਥੀ ਸ਼ਬਦ ਦਿੱਤੇ ਜਾਂਦੇ ਹਨ, ਰਕਤ, ਮੈਲਾ, ਲਹੂ ਜਾਂ ਖੂਨ ਕਰਨਾ, ਖੂਨ ਨਿਕਲਣਾ ਆਦਿ। ਦੂਸਰੇ ਨੰਬਰ ਤੇ ਹੈ ਦੁਭਾਸ਼ੀਏ ਕੋਸ਼। ਇਸ ਵਿੱਚ 2 ਭਾਸ਼ਾਵਾਂ ਦੇ ਸ਼ਬਦਾਂ ਦੀ ਤੁਲਨਾਤਮਕ ਵਿਆਖਿਆ ਕੀਤੀ ਹੁੰਦੀ ਹੈ। ਇਸ ਵਿੱਚ ਸੰਦਰਭਾਂ, ਸਮਾਨਾਰਥੀ ਅਤੇ ਵਿਰੋਧਾਰਥੀ ਸ਼ਬਦਾਂ ਆਦਿ ਦਾ ਧਿਆਨ ਰੱਖਿਆ ਜਾਂਦਾ ਹੈ। ਜਿਵੇਂ ਕਿ ਅੰਗਰੇਜ਼ੀ ਦਾ ਵਾਕ ਹੈ ਇੱਕ, ਹੀ ਇਜ਼ ਕੁਆਇਟ ਕਲੀਅਰ ਇਨ ਹਿਜ਼ ਮਾਈਂਡ। ਸੋ ਇੱਥੇ ਜਿਹੜਾ ਕਲੀਅਰ ਸ਼ਬਦ ਹੈ, ਇਸ ਦੇ ਕਈ ਅਰਥ ਹੋ ਸਕਦੇ ਹਨ, ਜਿਵੇਂ ਸਪਸ਼ਟ, ਸ਼ੁੱਧ, ਪਾਰਦਰਸ਼ੀ, ਨਿਰਦੋਸ਼, ਸੁਨਿਸ਼ਚਿਤ ਆਦਿ। ਪਰ ਇਸ ਦੇ ਨਾਲ ਹੀ ਜਦੋਂ ਅਸੀਂ ਦੂਸਰੇ ਪਾਸੇ ਜਾਂਦੇ ਹਾਂ ਤਾਂ ਸਪਸ਼ਟ ਲਈ ਐਵੀਡੈਂਟ, ਸਾਫ਼ ਸੁਥਰੇ ਲਈ ਕਲੀਨ, ਪਾਰਦਰਸ਼ੀ ਲਈ ਟਰਾਂਸਪੇਰੈਂਟ, ਨਿਰਦੋਸ਼ ਲਈ ਇਨੋਸੈਂਟ ਅਤੇ ਸੁਨਿਸ਼ਚਿਤ ਲਈ ਡੈਫੀਨੇਟ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਇਹਨਾਂ ਗੱਲਾਂ ਕਰਕੇ ਹੀ ਇੱਕ ਅਨੁਵਾਦਕ ਲਈ ਕੋਸ਼ਾਂ ਦੀ ਜ਼ਰੂਰਤ ਪੈਂਦੀ ਹੈ। ਤੀਸਰੇ ਨੰਬਰ ਤੇ ਆ ਉਪਭਾਸ਼ਾ ਕੋਸ਼। ਉਪਭਾਸ਼ਾ ਕੋਸ਼ ਇਸ ਕਰਕੇ ਲਾਜ਼ਮੀ ਹੁੰਦੇ ਹਨ ਕਿਉਂਕਿ ਕਈ ਵਾਰ ਕਿਸੇ ਭਾਸ਼ਾ ਦੇ ਸਥਾਨਕ ਰੂਪਾਂ ਤੋਂ ਕਿਸੇ ਹੋਰ ਭਾਸ਼ਾ ਦੇ ਸਥਾਨਕ ਰੂਪਾਂ ਵਿੱਚ ਅਨੁਵਾਦ ਕਰਨਾ ਹੁੰਦਾ ਹੈ, ਤਾਂ ਉਪਭਾਸ਼ਾ ਦਾ ਗਿਆਨ ਕੋਸ਼ਾਂ ਤੋਂ ਜਾਂ ਉਪਭਾਸ਼ਾ ਦੇ ਸ਼ਬਦਾਂ ਦਾ ਗਿਆਨ ਕੋਸ਼ਾਂ ਤੋਂ ਹਾਸਲ ਕੀਤਾ ਜਾ ਸਕਦਾ ਹੈ। ਅਪਭਾਸ਼ਾ ਲੋਕਾਂ ਦੀ ਇੱਕ ਸਥਾਨਕ ਭਾਸ਼ਾ ਵੀ ਹੁੰਦੀ ਹੈ ਤੇ ਬੋਲਚਾਲ ਦੀ ਭਾਸ਼ਾ ਵੀ ਹੁੰਦੀ ਹੈ, ਅਤੇ ਜੋ ਭਾਸ਼ਾ ਦੇ ਸ਼ੁੱਧ ਰੂਪ ਤੋਂ ਪਰੇ ਇੱਕ ਵਿਅਕਤੀਗਤ ਸਰੂਪ ਵਾਲੀ ਭਾਸ਼ਾ ਵੀ ਹੁੰਦੀ ਹੈ। ਇਸ ਵਿੱਚ ਕਈ ਵਾਰੀ ਭੱਦੇ ਸ਼ਬਦ ਜਾਂ ਗਾਲੀ ਗਲੋਚ ਵਾਲੇ ਸ਼ਬਦ ਵਰਤੇ ਜਾ ਸਕਦੇ ਹਨ, ਜਿਵੇਂ ਅੰਗਰੇਜ਼ੀ ਦੇ ਸ਼ਬਦ ਟੈਲਿੰਗ ਅ ਲਾਈ ਲਈ ਝੂਠ ਬੋਲਣਾ ਸ਼ਬਦ ਵਰਤਿਆ ਜਾਂਦਾ ਹੈ, ਪਰ ਅਪਭਾਸ਼ਾ ਦੇ ਸ਼ਬਦ ਹੋਣਗੇ ਝੂਠ ਮਾਰਨਾ, ਲੰਮੀਆਂ ਛੱਡਣਾ, ਗੱਪ ਰੋੜਨਾ ਆਦਿ। 5ਵੇਂ ਨੰਬਰ ਤੇ ਹੈ ਜੀ ਵਿਭਿੰਨ ਵਿਸ਼ਿਆਂ ਨਾਲ ਸੰਬੰਧਿਤ ਸੰਦਰਭ ਕੋਸ਼। ਇਸ ਵਿੱਚ ਕਿਸੇ ਵਿਸ਼ੇਸ਼ ਵਿਸ਼ੇ ਜਾਂ ਖੇਤਰ ਜਾਂ ਵਿਭਾਗ ਨਾਲ ਸੰਬੰਧਿਤ ਸ਼ਬਦਾਂ ਦਾ ਸੰਗ੍ਰਹਿ ਹੁੰਦਾ ਹੈ। 6ਵੇਂ ਨੰਬਰ ਤੇ ਹੈ ਜੀ ਪਰਿਭਾਸ਼ਾ ਕੋਸ਼, ਜਿਸ ਵਿੱਚ ਸ਼ਬਦਾਂ ਦੇ ਅਰਥਾਂ ਨਾਲ ਪਰਿਭਾਸ਼ਾਵਾਂ ਦੇ ਕੇ ਉਸ ਬਾਰੇ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਹੈ। 7ਵੇਂ ਨੰਬਰ ਤੇ ਹੈ ਵਿਸ਼ਾ ਕੋਸ਼। ਇਸ ਵਿੱਚ ਕਿਸੇ ਵਿਸ਼ੇਸ਼ ਵਿਸ਼ੇ ਨਾਲ ਸੰਬੰਧਿਤ ਸ਼ਬਦਾਵਲੀ ਅਤੇ ਵਰਤੋਂ ਬਾਰੇ ਗਿਆਨ ਹੁੰਦਾ ਹੈ। ਵਿਸ਼ਾ ਕੋਸ਼ ਦੀ ਉਦਾਹਰਨ ਅਰਥ ਸ਼ਾਸਤਰ, ਸਮਾਜ ਵਿਗਿਆਨ ਜਾਂ ਰਾਜਨੀਤੀ ਸ਼ਾਸਤਰ ਨਾਲ ਸੰਬੰਧਿਤ ਐਨਸਾਈਕਲੋਪੀਡੀਆ ਦੇ ਰੂਪ ਵਿੱਚ ਦਿੱਤੀ ਜਾ ਸਕਦੀ ਹੈ। 8ਵੇਂ ਨੰਬਰ ਤੇ ਹੈ ਜੀ ਅਭਿਵਿਅਕਤੀ ਕੋਸ਼। ਕਈ ਸ਼ਬਦ ਕਿਸੇ ਵਿਸ਼ੇਸ਼ ਵਿਸ਼ੇ ਜਾਂ ਖੇਤਰ ਨਾਲ ਸੰਬੰਧਿਤ ਨਾ ਹੋ ਕੇ ਵੀ ਆਮ ਨਹੀਂ ਹੁੰਦੇ। ਇਹ ਸ਼ਬਦ ਵਿਅਕਤੀ ਮੂਲਕ ਹੁੰਦੇ ਹਨ, ਭਾਵ ਪਟਵਾਰੀ ਜਾਂ ਥਾਣਿਆਂ ਦੀ ਭਾਸ਼ਾ ਵਿਸ਼ੇਸ਼ ਭਾਸ਼ਾ ਹੁੰਦੀ ਹੈ, ਉਸ ਬਾਰੇ ਕੋਸ਼ ਇਸ ਸ਼੍ਰੇਣੀ ਵਿੱਚ ਆਉਂਦੇ ਹਨ। 9ਵੇਂ ਨੰਬਰ ਤੇ ਹਨ ਜੀ ਮੁਹਾਵਰੇ ਅਤੇ ਅਖਾਣ ਕੋਸ਼, ਜਿਨ੍ਹਾਂ ਵਿੱਚ ਮੁਹਾਵਰਿਆਂ ਅਤੇ ਅਖਾਣਾਂ ਦੀ ਭਰਪੂਰ ਜਾਣਕਾਰੀ ਪਾਈ ਹੁੰਦੀ ਹੈ। 10ਵੇਂ ਨੰਬਰ ਤੇ ਹੈ ਜੀ ਥਿਸਾਰਸ।
ਇਸ ਵਿੱਚ ਇੱਕੋ ਜਿਹੇ ਅਰਥਾਂ ਨੂੰ ਉਜਾਗਰ ਕਰਨ ਵਾਲੇ ਜਾਂ ਇੱਕੋ ਜਿਹੇ ਸੰਦਰਭਾਂ ਵਾਲੇ ਸ਼ਬਦਾਂ ਨੂੰ ਇੱਕ ਥਾਂ ਤੇ ਰੱਖ ਕੇ ਇਹਨਾਂ ਦੀ ਵਿਭਿੰਨ ਵਰਤੋਂ ਬਾਰੇ ਚਰਚਾ ਕੀਤੀ ਹੁੰਦੀ ਹੈ। 11ਵੇਂ ਨੰਬਰ ਤੇ ਹੈ ਵਿਰੋਧਾਰਥੀ ਕੋਸ਼। ਇਹ ਥਿਸਾਰਸ ਵਰਗੀ ਹੀ ਵੰਨਗੀ ਹੈ, ਪਰ ਇਸ ਵਿੱਚ ਇੱਕੋ ਜਿਹੇ ਸੰਦਰਭਾਂ ਵਾਲੇ ਵਿਭਿੰਨ ਅਰਥਾਂ ਵਾਲੇ ਸ਼ਬਦਾਂ ਨੂੰ ਸੰਕਲਿਤ ਕੀਤਾ ਜਾਂਦਾ ਹੈ। 12ਵੇਂ ਹਨ ਉਚਾਰਨ ਕੋਸ਼, ਜਿਸ ਵਿੱਚ ਵਿਭਿੰਨ ਭਾਸ਼ਾਵਾਂ ਵਿੱਚ ਸ਼ਬਦਾਂ ਦਾ ਵਿਭਿੰਨ ਉਚਾਰਨ ਸੰਕਲਿਤ ਕੀਤਾ ਜਾਂਦਾ ਹੈ। 13ਵੇਂ ਹਨ ਨਾਮ ਕੋਸ਼। ਇਸ ਵਿੱਚ ਵਿਅਕਤੀਆਂ ਅਤੇ ਸਥਾਨਾਂ ਦੇ ਨਾਮਾਂ ਦਾ ਉਚਾਰਨ ਅਤੇ ਵਿਸ਼ਾਗਤ ਸੰਦਰਭਾਂ ਦਾ ਸੰਕਲਨ ਹੁੰਦਾ ਹੈ। 14 ਨੰਬਰ ਤੇ ਹੈ ਜੀ ਸਾਹਿਤਕ ਕੋਸ਼। ਇਹਨਾਂ ਕੋਸ਼ਾਂ ਵਿੱਚ ਵਿਭਿੰਨ ਭਾਸ਼ਾਵਾਂ ਦੇ ਸਾਹਿਤ, ਸਾਹਿਤਕਾਰਾਂ, ਸਾਹਿਤਕ ਪ੍ਰਵਿਰਤੀਆਂ, ਸਾਹਿਤਕ ਰਚਨਾਵਾਂ, ਸਾਹਿਤਕ ਧਾਰਾਵਾਂ ਅਤੇ ਰਚਨਾਵਾਂ ਦੇ ਵਿਸ਼ਿਆਂ ਦੀ ਜਾਣਕਾਰੀ ਹੁੰਦੀ ਹੈ। 15 ਨੰਬਰ ਤੇ ਵਿਸ਼ਵ ਕੋਸ਼ ਹਨ, ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਇਨਸਾਈਕਲੋਪੀਡੀਆ ਵੀ ਕਿਹਾ ਜਾਂਦਾ ਹੈ। ਇਸ ਵਿੱਚ ਵਿਸ਼ਵ ਦੇ ਸਾਰੇ ਵਿਸ਼ਿਆਂ ਦੀ ਸਾਰੀ ਜਾਣਕਾਰੀ ਹਾਸਲ ਹੁੰਦੀ ਹੈ। ਤੇ ਅਖੀਰ ਵਿੱਚ 16 ਨੰਬਰ ਤੇ ਪੁਰਾਣ ਜਾਂ ਮਿਥਕ ਕੋਸ਼ ਹੁੰਦੇ ਹਨ, ਜਿਸ ਵਿੱਚ ਕਿਸੇ ਵੀ ਸੰਸਕ੍ਰਿਤੀ, ਕਿਸੇ ਵੀ ਸੱਭਿਅਤਾ, ਕਿਸੇ ਵੀ ਕੌਮ, ਦੇਸ਼, ਜਾਤ ਦੇ ਲੋਕਾਂ ਦੀ ਪੁਰਾਣ ਅਤੇ ਮਿਥਕ ਕਥਾਵਾਂ ਅਤੇ ਇਹਨਾਂ ਦੇ ਪਾਤਰਾਂ ਬਾਰੇ ਜਾਣਕਾਰੀ ਹੁੰਦੀ ਹੈ। ਸੋ ਇਸ ਲੈਕਚਰ ਵਿੱਚ ਬਸ ਇੰਨਾ ਹੀ। ਜਲਦੀ ਹੀ ਅਗਲਾ ਲੈਕਚਰ ਲੈ ਕੇ ਹਾਜ਼ਰ ਹੋਵਾਂਗੇ। ਇਹ ਲੈਕਚਰ ਆਪਣੇ ਦੋਸਤਾਂ ਨਾਲ ਸਾਂਝਾ ਜ਼ਰੂਰ ਕਰੋ ਅਤੇ ਅਗਲੇ ਲੈਕਚਰ ਦਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ, ਇਸ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।